आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੀਰ ਸ਼ਿਕਾਰ ਸਊਰ ਸਭ, ਕਰਬੇ ਚਹਤ ਪੁਕਾਰ। ਮਨਹੁ ਚਮੂ ਮਰਵਾਏ ਕਰ, ਸੁਧ ਕੋ ਕਰਤ ਉਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ, ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸਤਿਗੁਰੂ ਜੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਪਰਉਪਕਾਰੀ, ਨਿਰਭਉ ਸਤਿਗੁਰਾਂ ਨੇ ਬਾਦਸ਼ਾਹ ਦਾ ਬਾਜ ਫੜ ਲਿਆ। ਬਾਜ ਲੈਣ ਆਏ ਹੋਏ ਮੀਰ ਸ਼ਿਕਾਰੀਆਂ ਨੂੰ ਸਾਫ਼ ਜਵਾਬ ਦੇ ਦਿੱਤਾ ਵੀ ਬਾਜ ਸਾਡੀ ਸ਼ਰਨ ਆਇਆ, ਅਸੀਂ ਹੁਣ ਨਹੀਂ ਦੇਣਾ। ਉਹਨਾਂ ਨੇ ਆਪਣਾ ਅਫਸਰੀ ਰੋਹਬ ਝਾੜਿਆ, ਪਰ ਗੁਰੂ ਸਾਹਿਬ ਜੀ ਦੇ ਰੋਹਬ ਅੱਗੇ ਫਿੱਕੇ ਪੈ ਗਏ ਅਤੇ ਉੱਥੋਂ ਖੁੰਭ ਠਪਾ ਕੇ ਮਹਾਰਾਜ ਦੀਆਂ ਝਿੜਕਾਂ ਖਾ ਕੇ ਦੌੜ ਗਏ ਨੇ। ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਹੁਣ ਪੁਕਾਰ ਕਰਨੀ ਚਾਹੁੰਦੇ ਹੈ, ਜਿਵੇਂ ਕੋਈ ਜਥੇਦਾਰ ਆਪਣੀ ਫੌਜ ਮਰਵਾ ਕੇ ਬਾਦਸ਼ਾਹ ਕੋਲ ਗਿਆ ਹੋਵੇ। ਇਉਂ ਮੀਰ ਸ਼ਿਕਾਰੀ ਨਿੰਮੋ ਚੁਣੇ ਹੋਏ ਬਾਦਸ਼ਾਹ ਸ਼ਾਹਜਹਾਨ ਅੱਗੇ ਫਰਿਆਦਾਂ ਕਰਦੇ। ਆਓ ਇਹ ਕਥਾ ਸਰਵਣ ਕਰੀਏ, ਪ੍ਰੇਮ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੀਰ ਸ਼ਿਕਾਰ ਸਊਰ ਸਭ। ਉਹ ਜਿਹੜੇ ਮੀਰ ਸ਼ਿਕਾਰੀ ਅਤੇ ਅਸਵਾਰ ਬਾਦਸ਼ਾਹ ਨੇ ਬਾਜ ਫੜਨ ਵਾਸਤੇ ਭੇਜੇ ਸੀ, ਬਾਜ ਨਹੀਂ ਮਿਲਿਆ। ਗੁਰੂ ਸਾਹਿਬ ਜੀ ਨੇ ਜਵਾਬ ਦੇ ਦਿੱਤਾ, ਵਾਪਸ ਚਲੇ ਗਏ ਹਨ। ਕਰਬੇ ਚਹਤ ਪੁਕਾਰ। ਬਾਦਸ਼ਾਹ ਸ਼ਾਹਜਹਾਨ ਕੋਲ ਜਾ ਕੇ ਫਰਿਆਦ ਕਰਨੀ ਚਾਹੁੰਦੇ ਹੈ, ਪੁਕਾਰ ਕਰਨੀ ਚਾਹੁੰਦੇ। ਮਨਹੁ ਚਮੂ ਮਰਵਾਏ ਕਰ। ਇੰਝ ਲੱਗਦਾ ਜਿਵੇਂ ਕੋਈ ਫੌਜੀ ਜਰਨੈਲ ਆਪਣੀ ਫੌਜ ਮਰਵਾ ਕੇ ਸੁਧ ਕੋ ਕਰਤ ਉਚਾਰ। ਵਾਪਸ ਬਾਦਸ਼ਾਹ ਕੋਲ ਜਾ ਕੇ ਦੱਸਦਾ ਵੀ ਮੈਂ ਜਿੰਨੀ ਫੌਜ ਲੈ ਗਿਆ ਸੀ ਉਹ ਤੇ ਮਰ ਗਈ, ਹੋਰ ਦਿਓ। ਇਉਂ ਇਹਨਾਂ ਮੀਰ ਸ਼ਿਕਾਰੀਆਂ ਦੀ ਹਾਲਤ ਹੋਈ ਪਈ ਹੈ। ਚੌਪਈ ਸ਼ਾਹਜਹਾਂ ਕੇ ਖਰੇ ਅਗਾਰੀ। ਇਹ ਜਾ ਕੇ ਬਾਦਸ਼ਾਹ ਦੇ ਸਾਹਮਣੇ ਖੜੇ ਹੋ ਗਏ। ਜਬ ਹੈ ਦ੍ਰਿਸ਼ਟ ਇਨ ਕੀ ਦਿਸ਼ ਡਾਰੀ। ਤੇ ਇਹਨਾਂ ਦੇ ਮੂੰਹ ਉਤਰੇ ਹੋਏ, ਇੰਜ ਹੋਇਆ ਪਿਆ ਜਿਵੇਂ ਕਿਸੇ ਨੇ ਮਾਰ ਮਾਰ ਕੇ ਸੁੱਟੇ ਹੁੰਦੇ ਆ। ਰੰਗ ਉੱਡੇ ਪਏ। ਤੇ ਜਦੋਂ ਬਾਦਸ਼ਾਹ ਸ਼ਾਹਜਹਾਨ ਨੇ ਇਹਨਾਂ ਮੀਰ ਸ਼ਿਕਾਰੀਆਂ ਵੱਲ ਵੇਖਿਆ, ਬੂਝਨ ਕਰੇ ਖਰੇ ਇਮ ਭਏ। ਬਾਦਸ਼ਾਹ ਨੇ ਇਹਨਾਂ ਦੀ ਹਾਲਤ ਵੇਖ ਕੇ ਪੁੱਛਿਆ, ਬਾਜ਼ ਪਿਸ਼ਾਰੀ ਕੇਤਕ ਗਏ। ਹਾਂ ਵੀ ਮੀਰ ਸ਼ਿਕਾਰੀਓ, ਬਾਜ ਵਾਪਸ ਲੈ ਕੇ ਆਏ ਕਿ ਨਹੀਂ ਆਏ? ਕਿੰਨੀ ਕੁ ਦੂਰ ਗਏ ਸੀ ਬਾਜ ਨੂੰ ਲੱਭਣ? ਕਿਉਂਕਿ ਬਾਦਸ਼ਾਹ ਨੂੰ ਇਹ ਸੀ ਵੀ ਸ਼ਾਇਦ ਬਾਜ ਉੱਡਦਾ ਗਿਆ, ਇਹ 2-4 ਮੀਲ ਦੇਖ ਕੇ ਆ ਗਏ ਨੇ, ਬਾਜ ਦਾ ਇਹਨੇ ਪਿੱਛਾ ਨਹੀਂ ਕੀਤਾ। ਉਹ ਕਹਿੰਦੇ ਕਿੰਨੀ ਕੁ ਦੂਰ ਗਏ ਸੀ? ਪਕੜਿਓ ਜਾਇ ਕੇ ਉੱਡ ਕਿਤ ਗਇਓ। ਫੜਿਆ ਗਿਆ ਬਾਜ ਕੇ ਉੱਡ ਗਿਆ, ਤੁਹਾਡੇ ਤੋਂ ਕਾਬੂ ਨਹੀਂ ਆ ਸਕਿਆ। ਮੁਖ ਮਲੀਨ ਤੁਮਰੋ ਦ੍ਰਿਸ਼ਟਿਓ। ਤੁਹਾਡੇ ਚਿਹਰੇ ਤੇ ਮਲੀਨਤਾ ਹੈ, ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ। ਤੁਹਾਡੇ ਚਿਹਰੇ ਤੋਂ ਮੈਨੂੰ ਲੱਗਦਾ ਤੁਸੀਂ ਬਾਜ ਗਵਾਏ ਹੋ। ਸੁਣ ਬੋਲੇ ਗੁਰ ਹਰਗੋਬਿੰਦ। ਇਹ ਸੁਣ ਕੇ ਅਫਸਰ ਜਿਹੜੇ ਬੋਲੇ, ਕਹਿਣ ਲੱਗੇ ਜੀ ਸੁਣੋ, ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਉਤਰਿਓ ਹਤੋ ਸੰਗ ਪਟ ਬ੍ਰਿੰਦ। ਤੁਹਾਡੇ ਕੈਂਪ ਤੋਂ ਥੋੜ੍ਹੀ ਦੂਰ ਹੀ ਆਪਣਾ ਕੈਂਪ ਲਾਈ ਬੈਠੇ ਸੀ, ਆਪਣੀਆਂ ਫੌਜਾਂ ਸਮੇਤ ਉਤਰੇ ਹੋਏ ਸੀ। ਉੱਡਿਓ ਬਾਜ਼ ਤਿੰਨ ਢਿਗ ਚੱਲ ਗਇਓ। ਆਪਣਾ ਬਾਜ਼ ਉੱਡ ਕੇ ਉਹਨਾਂ ਕੋਲ ਚਲਾ ਗਿਆ। 4 ਕੋਹ ਦੀ ਵਾਟ ਤੇ ਬਾਦਸ਼ਾਹ ਬੈਠਾ ਸੀ ਤੇ 4 ਕੋਹ ਤੋਂ ਉਰਾ ਗੁਮਟਾਲੇ ਦੇ ਕੋਲ ਗੁਰੂ ਸਾਹਿਬ ਬੈਠੇ ਸੀ।
ਤੇ ਗੁਰੂ ਸਾਹਿਬ ਕੋਲ ਬਾਜ ਸਾਡਾ ਚਲਾ ਗਿਆ। ਸਹਿਤ ਸੁਕਾਬ ਬਿਲੋਕਨ ਕਯੋ। ਬਾਦਸ਼ਾਹ ਸਲਾਮਤ, ਜਿਹੜੇ ਸੁਰਖਾਬ ਤੇ ਤੁਸੀਂ ਬਾਜ ਛੱਡਿਆ ਸੀ, ਉਹ ਸੁਰਖਾਬ ਵੀ ਅੱਗੇ ਅੱਗੇ ਉੱਡੀ ਗਿਆ ਤੇ ਆਪਣਾ ਬਾਜ ਵੀ ਪਿੱਛੇ ਪਿੱਛੇ ਉੱਡੀ ਗਿਆ, ਕਿਉਂਕਿ ਬਾਜ ਰੱਜਿਆ ਹੋਇਆ ਸੀ। ਇਸ ਕਰਕੇ ਉਸਨੇ ਸੁਰਖਾਬ ਤੇ ਚੋਟ ਨਹੀਂ ਕੀਤੀ। ਆਪਣੋ ਬਾਜ਼ ਛੋੜ ਤਿਨ ਦੀਨਾ। ਤੇ ਆਪਣਾ ਬਾਜ ਛੱਡ ਦਿੱਤਾ ਗੁਰੂ ਜੀ ਨੇ ਅੱਗੋਂ ਦੀ। ਛੁਟਤ ਬਿਹੰਗ ਮਾਰ ਸੋ ਲੀਨਾ। ਗੁਰੂ ਦੇ ਬਾਜ ਨੇ ਉਹ ਸੁਰਖਾਬ ਮਾਰ ਲਿਆ, ਸ਼ਿਕਾਰ ਖੇਡ ਲਿਆ। ਤਤ ਛਿਨ ਦੋਨੋਂ ਤਰੈ ਉਤਾਰੇ। ਤੇ ਨਾਲ ਨਾਲ ਬਾਜ ਵੀ ਸਾਡੇ ਵਾਲਾ ਵੀ ਉਤਰ ਗਿਆ, ਗੁਰੂ ਦਾ ਬਾਜ ਵੀ ਉਤਰ ਗਿਆ, ਤੇ ਸਾਡਾ ਬਾਜ ਵੀ ਗੁਰੂ ਦੇ ਬਾਜ ਨਾਲ ਉਤਰ ਗਿਆ ਜ਼ਮੀਨ ਤੇ। ਗਹਿ ਲੀਨੋ ਔਰ ਅਨੰਦ ਧਾਰੇ। ਤੇ ਗੁਰੂ ਨੇ ਸਾਡਾ ਬਾਜ ਵੀ ਫੜ ਲਿਆ। ਆਪਣਾ ਤਾਂ ਉਹਨਾਂ ਨੇ ਰੱਖਣਾ ਹੀ ਸੀਗਾ। ਜਿਹੜਾ ਬਾਜ ਸਾਡੇ ਵਾਲਾ ਸੀ, ਬਾਦਸ਼ਾਹ ਤੁਹਾਡਾ ਬਾਜ ਸੀ ਜਿਹੜਾ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਾਬੂ ਕਰ ਲਿਆ ਤੇ ਬੜੀ ਖੁਸ਼ੀ ਮਨਾ ਰਹੇ ਨੇ। ਕਿਤਕ ਦੇਰ ਪਾਛੇ ਹਮ ਗਏ। ਅਸੀਂ ਕੁਝ 10 ਮਿੰਟ ਲੇਟ ਗਏ, 5-10 ਮਿੰਟ ਬਾਅਦ ਅਸੀਂ ਵੀ ਪਹੁੰਚ ਗਏ ਉੱਥੇ। ਗੁਰ ਢਿਗ ਬਾਜ਼ ਬਿਲੋਕਤ ਭਏ। ਜਦੋਂ ਅਸੀਂ ਅੱਧੀ ਕੁ ਘੜੀ ਨੂੰ ਉੱਥੇ ਪਹੁੰਚੇ ਤੇ ਬਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥ ਤੇ ਬਿਠਾਇਆ ਹੋਇਆ ਸੀ, ਤੇ ਬਾਜ ਨਾਲ ਬੜੇ ਉਹ ਖੁਸ਼ ਸਨ ਬਾਜ ਨੂੰ ਵੇਖ ਕੇ। ਕਹਿਓ ਤਬੈ ਇਹ ਹਜ਼ਰਤ ਬਾਜ਼। ਅਸੀਂ ਕਿਹਾ ਕਿ ਗੁਰੂ ਜੀ, ਇਹ ਬਾਜ ਬਾਦਸ਼ਾਹ ਸਲਾਮਤ ਦਾ ਹੈ। ਵਿਚਰਤ ਇਤ ਅਖੇਰ ਕੇ ਕਾਜ। ਬਾਦਸ਼ਾਹ ਸਲਾਮਤ ਇਧਰ ਮਾਝੇ ਦੀ ਧਰਤੀ ਤੇ ਸ਼ਿਕਾਰ ਖੇਡਣ ਆਏ ਹੋਏ ਨੇ, ਤੇ ਉਹਨਾਂ ਦਾ ਬਾਜ ਉੱਡ ਕੇ ਗੁਰੂ ਜੀ ਤੁਹਾਡੇ ਕੋਲ ਆ ਗਿਆ। ਇਹ ਕਿਰਪਾ ਕਰਕੇ ਬਾਜ ਸਾਡਾ ਵਾਪਸ ਕਰ ਦਿਓ। ਤ੍ਰਿਪਤਿਓ ਪਿੱਛੇ ਬਿਹੰਗ ਚਲਾਇਓ। ਕਿਉਂਕਿ ਬਾਜ ਰੱਜਿਆ ਹੋਇਆ ਸੀਗਾ। ਬਾਦਸ਼ਾਹ ਸਲਾਮਤ ਨੇ ਰੱਜਿਆ ਬਾਜ ਸੁਰਖਾਬ ਤੇ ਛੱਡ ਦਿੱਤਾ। ਕਵੀ ਜੀ ਨੇ ਲਿਖਿਆ, ਖੋਟਾ ਬੰਦਾ ਤੇ ਬਾਜ, ਇਹਨਾਂ 'ਚ ਇੱਕ ਭੈੜੀ ਬਿਮਾਰੀ ਹੁੰਦੀ ਹੈ, ਰੱਜੇ ਹੋਏ ਕੰਮ ਨਹੀਂ ਆਉਂਦੇ। ਖੋਟੇ ਬੰਦੇ ਤੋਂ ਕੰਮ ਲੈਣਾ ਨਾ, ਭੁੱਖਿਆ ਰੱਖੋ ਤੇ ਕੰਮ ਲੈ ਲਓ, ਤੇ ਜੇ ਰੱਜ ਜਾਵੇ ਤੇ ਫਿਰ ਕਹਿੰਦਾ ਤੂੰ ਕੌਣ ਤੇ ਮੈਂ ਕੌਣ। ਤੇ ਬਾਜ ਵੀ ਭੁੱਖਾ ਹੋਵੇ ਤੇ ਸ਼ਿਕਾਰ ਮਾਰਦਾ, ਜੇ ਰੱਜਿਆ ਹੋਵੇ ਤੇ ਫਿਰ ਕਲੋਲਾਂ ਕਰੀ ਜਾਂਦਾ, ਉੱਡੀ ਜਾਂਦਾ। ਉਹ ਬਾਜ ਉੱਡੀ ਗਿਆ ਤੇ ਗੁਰੂ ਨੇ ਫੜ ਲਿਆ। ਕਰੀ ਨਾ ਚੋਟ ਉਡਤ ਇਹ ਆਇਓ। ਅਸੀਂ ਗੁਰੂ ਨੂੰ ਆਖਿਆ ਵੀ ਗੁਰੂ ਜੀ, ਇਹ ਬਾਜ ਰੱਜਿਆ ਹੋਇਆ ਸੀ, ਇਹਨੇ ਬਾਜ ਨੇ ਆਪਣੇ ਸ਼ਿਕਾਰ ਤੇ ਚੋਟ ਨਹੀਂ ਕੀਤੀ, ਸੁਰਖਾਬ ਨਹੀਂ ਮਾਰਿਆ, ਤੇ ਤੁਹਾਡੇ ਕੋਲ ਆ ਗਿਆ ਹੈ। ਸੁਨ ਕਰ ਕਹਿਓ ਦੇਤ ਹਮ ਨਾਹੀ। ਤੇ ਇਹ ਬਾਦਸ਼ਾਹ ਸਲਾਮਤ, ਸਾਡੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਜ ਹੁਣ ਸਾਡਾ, ਸਾਡੇ ਕੋਲ ਆ ਗਿਆ, ਅਸੀਂ ਨਹੀਂ ਦੇਣਾ, ਜਿਹਨੂੰ ਮਰਜ਼ੀ ਲੈ ਆਓ ਜਾ ਕੇ। ਹਾਂਜੀ, ਬੜੋ ਯਤਨ ਕਰ ਪਕੜਿਓ ਪਾਹੀ। ਬੜੇ ਯਤਨ ਕਰਕੇ ਅਸੀਂ ਫੜਿਆ, ਹੁਣ ਸਾਡਾ ਹੀ ਹੈ, ਸਾਡੇ ਕੋਲ ਆ ਗਿਆ। ਹਾਂਜੀ, ਡਰ ਰਾਵਰ ਕੋ ਦੀਨ ਬਡੇਰਾ। ਇਹ ਬਾਦਸ਼ਾਹ ਸਲਾਮਤ, ਅਸੀਂ ਗੁਰੂ ਨੂੰ ਬੜਾ ਡਰਾਇਆ। ਅਸੀਂ ਗੁਰੂ ਨੂੰ ਕਿਹਾ ਵੀ ਇਹ ਬਾਜ ਕਿਸੇ ਛੋਟੇ ਮੋਟੇ ਅਫਸਰ ਦਾ ਨਹੀਂ, ਇਹ ਕਿਸੇ ਨਵਾਬ ਦਾ ਵੀ ਨਹੀਂ, ਇਹ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਬਾਜ ਹੈ, ਜਿਹਦੇ ਬਰਾਬਰ ਦੁਨੀਆ ਦੇ ਕੋਈ ਤਾਕਤ ਨਹੀਂ। ਜਿਵੇਂ ਸਾਧ ਸੰਗਤ ਜੀ, ਅੱਜ ਅਮਰੀਕਾ ਵੱਡੀ ਤਾਕਤ, ਪਹਿਲਾਂ ਰਸ਼ੀਆ ਵੱਡੀ ਤਾਕਤ, ਪਹਿਲਾਂ ਇੰਗਲੈਂਡ ਵੱਡੀ ਤਾਕਤ ਸੀ, ਉਸ ਤੋਂ ਪਹਿਲਾਂ ਅੱਜ ਤੋਂ 300 ਸਾਲ ਪਹਿਲਾਂ ਹਿੰਦੁਸਤਾਨ ਦੁਨੀਆ ਦੀ ਵੱਡੀ ਤਾਕਤ ਸੀ। ਹਿੰਦੁਸਤਾਨ ਦਾ ਮੁਗਲ ਬਾਦਸ਼ਾਹ ਜਿਹੜਾ ਸੀ ਨਾ, ਉਹਦੀ ਇੰਨੀ ਤੂਤੀ ਬੋਲਦੀ ਸੀ, ਇੰਨੀ ਨੌਬਤ ਵੱਜਦੀ ਸੀ, ਮੱਕੇ ਮਦੀਨੇ ਤੱਕ ਉਹਦੀ ਰਾਏ ਸੁਣੀ ਜਾਂਦੀ ਸੀ। ਕੋਈ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਕਿਸੇ ਮੁਲਕ ਦਾ ਬਾਦਸ਼ਾਹ ਉਭਾਸਰਦਾ ਨਹੀਂ ਸੀ। ਐਡੀ ਤਾਂ 22 ਲੱਖ ਫੌਜ ਹਰ ਵੇਲੇ ਜੰਗ ਨੂੰ ਤਿਆਰ ਰਹਿੰਦੀ ਸੀ। 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ, ਕਿਉਂਕਿ ਤਾਕਤ ਹਥਿਆਰਾਂ ਦੀ ਹੁੰਦੀ, ਫੌਜ ਦੀ ਹੁੰਦੀ ਹੈ। ਤੇ ਵੱਡੀ ਤਾਕਤ ਪੈਸੇ ਵੱਲੋਂ ਵੀ, ਕਿਲਿਆਂ ਵੱਲੋਂ ਵੀ, ਤੇ ਫੌਜਾਂ ਵੱਲੋਂ ਵੀ ਸ਼ਾਹਜਹਾਨ ਬਾਦਸ਼ਾਹ। ਤੇ ਉਹਦੇ ਬੰਦੇ ਕਹਿੰਦੇ, ਅਸੀਂ ਬਾਦਸ਼ਾਹ ਤੁਹਾਡੇ ਵੱਲੋਂ ਗੁਰੂ ਨੂੰ ਪੂਰਾ ਡਰਾਇਆ ਵੀ ਗੁਰੂ ਜੀ ਬਾਜ ਨਾ ਫੜੋ, ਇਹ ਤੁਸੀਂ ਬਹੁਤ ਵੱਡਾ ਨੁਕਸਾਨ ਕਰਾ ਲਓਗੇ, ਇਹ ਬਾਦਸ਼ਾਹ ਦਾ ਬਾਜ ਹੈ।
ਕਹਿਸ ਕਠੋਰ ਘੋਰ ਤਿਸ ਬੇਰਾ। ਕਹਿੰਦੇ ਪਰ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਟੱਕਰੇ। ਉਹ ਕਹਿੰਦੇ ਜਾਓ, ਜਿਹੜਾ ਮਰਜ਼ੀ ਬਾਦਸ਼ਾਹ, ਅਸੀਂ ਨਹੀਂ ਮੰਨਦੇ ਕਿਸੇ ਬਾਦਸ਼ਾਹ ਨੂੰ, ਇੱਥੇ ਤਾਂ ਇੱਕੋ ਹੀ ਬਾਦਸ਼ਾਹ ਹੈ, ਅਕਾਲ ਪੁਰਖ ਵਾਹਿਗੁਰੂ, ਉਹਦਾ ਹੀ ਰਾਜ ਹੈ, ਕਹੂ ਹਰ ਸਮਾਨ ਨਹੀਂ ਰਾਜਾ, ਉਸ ਵਾਹਿਗੁਰੂ ਵਰਗਾ ਕੋਈ ਰਾਜਾ ਨਹੀਂ। ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਤੇ 4 ਦਿਨਾਂ ਦੇ ਝੂਠੇ ਰਾਜੇ ਨੇ, ਝੂਠੇ ਕਰਤ ਦਿਵਾਜਾ, ਝੂਠਾ ਵਿਖਾਵਾ ਕਰਦੇ ਨੇ। ਇਹੋ ਜਿਹੇ ਬੜੇ ਬਾਦਸ਼ਾਹ ਹੋ ਕੇ ਮਰ ਗਏ। ਕਹਿੰਦੇ ਸੱਚਾ ਪਾਤਸ਼ਾਹ ਅਕਾਲ ਪੁਰਖ ਹੀ ਹੈ। ਹਾਂਜੀ, ਸੁਨ ਕਰ ਏਕ ਨਹੀਂ ਮਨ ਆਨੀ। ਅਸੀਂ ਬੜਾ ਡਰਾਇਆ ਗੁਰੂ ਨੂੰ, ਪਰ ਗੁਰੂ ਸਾਡੇ ਤੋਂ ਡਰਿਆ ਨਹੀਂ। ਗੁਰੂ ਨੇ ਸਾਡੀ ਕਿਸੇ ਗੱਲ ਨੂੰ ਆਪਣੇ ਮਨ ਤੇ ਨਹੀਂ ਲਿਆਂਦਾ, ਹੱਸਦਾ ਰਿਹਾ, ਬਾਜ ਨੂੰ ਹੱਥ ਤੇ ਬਿਠਾਈ ਰੱਖਿਆ ਤੇ ਕਹਿੰਦਾ ਜਾਓ ਬਾਦਸ਼ਾਹ ਨੂੰ ਕਹੋ ਆ ਕੇ ਲੈ ਜਾਵੇ, ਤੁਹਾਨੂੰ ਨਹੀਂ ਦੇਣਾ ਬਾਜ ਅਸੀਂ। ਹਾਂਜੀ, ਤਨਕ ਤਰਾਸ ਤੁਮਰੋ ਨਹਿ ਜਾਨੀ। ਇਹ ਬਾਦਸ਼ਾਹ ਸਲਾਮਤ ਕੀ ਦਸੀਏ, ਅਸੀਂ ਬੜੇ ਬੜੇ ਬੰਦੇ ਵੇਖੇ, ਪਰ ਗੁਰੂ ਹਰਗੋਬਿੰਦ ਸਾਹਿਬ ਵਰਗਾ ਬੰਦਾ ਨਹੀਂ ਵੇਖਿਆ ਦਲੇਰ। ਤੁਹਾਡਾ ਰੱਤੀ ਜਿੰਨਾ ਵੀ ਡਰ ਨਹੀਂ ਮੰਨਿਆ, ਤੁਹਾਡੇ ਨਾਂ ਤੋਂ ਤੇ ਵੱਡਿਆਂ ਵੱਡਿਆਂ ਨੂੰ ਪਸੀਨੇ ਆ ਜਾਂਦੇ। ਬਾਦਸ਼ਾਹ ਦਾ ਨਾਂ ਸੁਣ ਕੇ ਕਹਿੰਦੇ ਕੁਹਾਂਦੇ ਰਾਜੇ ਮਹਾਰਾਜੇ ਖਾਨ ਬਹਾਦਰ ਨਵਾਬ ਸਲਾਮਾਂ ਕਰਨ ਲੱਗ ਜਾਂਦੇ। ਪਰ ਗੁਰੂ ਹਰਗੋਬਿੰਦ ਸਾਹਿਬ ਤੁਹਾਡਾ ਬਾਜ ਫੜ ਕੇ ਬੇਖੌਫ ਬੈਠਾ ਤੇ ਮੁਸਕਰਾਈ ਜਾਂਦਾ ਸੀ, ਹੱਸੀ ਜਾਂਦਾ ਸੀ। ਜਬ ਹਮ ਕੋ ਪੀ ਪਕਰਨ ਲਾਗੇ। ਉਹ ਤਾਂ ਸਾਨੂੰ ਵੀ ਫੜਨ ਲੱਗੇ ਸੀ। ਗੁਰੂ ਕੇ ਸਿੱਖ ਕਹਿੰਦੇ ਫੜੋ ਇਹਨਾਂ ਨੂੰ, ਪਾਓ ਲੰਮੇ, ਕਹਿੰਦੇ ਕੱਪੜੇ ਲਾਓ ਇਹਨਾਂ ਦੇ, ਸ਼ਸਤਰ ਖੋਲੋ। ਉਹ ਤਾਂ ਸਾਡੇ ਘੋੜੇ ਖੋਣ ਨੂੰ ਫਿਰਦੇ ਸੀ। ਜਦੋਂ ਸਾਨੂੰ ਫੜਨ ਲੱਗੇ, ਆਪਣੀ ਪਤਲੇ ਕਰ ਤਬ ਭਾਗੇ। ਅਸੀਂ ਤੇ ਆਪਣੀ ਇੱਜ਼ਤ ਬਚਾ ਕੇ ਭੱਜੇ ਆ। ਉਹ ਤੇ ਸਾਡੇ ਸ਼ਸਤਰ ਵੀ ਖੋਣ ਲੱਗੇ ਸੀ, ਸਾਡੇ ਘੋੜੇ ਖੋਣ ਲੱਗੇ ਸੀ। ਉਹ ਤੇ ਸਾਨੂੰ ਨੰਗੇ ਪੈਰੀਂ ਤੋਰ ਦਿੰਦੇ। ਉਹਨਾਂ ਨੇ ਤੇ ਸਾਨੂੰ ਬੁਰੇ ਹਾਲ ਨਹੀਂ ਕਰਨਾ ਸੀ। ਅਸੀਂ ਤੇ ਬਾਦਸ਼ਾਹ ਆਪਣੀ ਜਾਨ ਬਚਾ ਕੇ ਆਏ ਆ ਗੁਰੂ ਤੋਂ। ਤੁਮ ਸੋ ਲਰਹਿ ਦੇਹ ਨਹਿ ਬਾਜ਼। ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਨੇ ਬਾਜ ਕੋਈ ਨਹੀਂ ਦੇਣਾ। ਉਹਦਾ ਇਰਾਦਾ ਲੜਾਈ ਕਰਨ ਦਾ। ਗੁਰੂ ਤੁਹਾਡੇ ਨਾਲ ਟੱਕਰ ਲੈਣੀ ਚਾਹੁੰਦਾ, ਜੰਗ ਕਰਨਾ ਚਾਹੁੰਦਾ ਹੈ। ਕਰ ਰਾਖਿਓ ਗੁਰ ਜੰਗ ਸਮਾਜ। ਗੁਰੂ ਹਰਗੋਬਿੰਦ ਨੇ ਜੰਗ ਦੀ ਤਿਆਰੀ ਕੀਤੀ ਹੋਈ, ਉਹਨੇ ਜੰਗ ਦਾ ਸਾਜੋ ਸਮਾਨ ਬਣਾਇਆ ਹੋਇਆ। ਉਹਦੇ ਤੌਰ ਤਰੀਕੇ, ਉਹਦਾ ਰਵੱਈਆ ਦੱਸਦਾ ਸੀ ਵੀ ਗੁਰੂ ਲੜੇਗਾ। ਜੇ ਕਰ ਤੁਮ ਕੁਛ ਚਲਤ ਅਗਾਰੀ। ਹੇ ਬਾਦਸ਼ਾਹ, ਇਹਦਾ ਚੰਗਾ ਹੋਇਆ ਵੀ ਤੁਸੀਂ ਪਿੱਛੇ ਮੁੜ ਆਏ ਹੋ। ਜੇ 4 ਕੋ ਤੁਸੀਂ ਹੋਰ ਅੱਗੇ ਚਲੇ ਜਾਂਦੇ ਨਾ, ਤੇ ਹੋ ਸਕਦਾ ਲੜਾਈ ਅੱਜ ਨੂੰ ਹੋ ਚੁੱਕੀ ਹੁੰਦੀ ਉੱਥੇ। ਹਾਂਜੀ, ਮਿਟਤ ਨਾ ਕਰਤ ਲੋਹ ਤਬ ਭਾਰੀ। ਜੇ ਤੁਸੀਂ ਪਿੱਛੇ ਨਾ ਮੁੜਦੇ ਤੇ ਗੁਰੂ ਹਰਗੋਬਿੰਦ ਨੇ ਤੁਹਾਡੇ ਨਾਲ ਖੰਡਾ ਖੜਕਾਇਆ ਹੋਣਾ ਸੀ। ਉੱਥੇ ਲੜਾਈ ਦੀਆਂ ਪੂਰੀਆਂ ਤਿਆਰੀਆਂ ਨੇ, ਉੱਥੇ ਇਰਾਦੇ ਬਣੇ ਹੋਏ ਨੇ ਸਿੱਖਾਂ ਦੇ। ਅਸੀਂ ਸਿੱਖਾਂ ਦੇ ਤੌਰ ਤਰੀਕੇ ਦੇਖੇ ਨੇ, ਉਹ ਕਿਸੇ ਤੋਂ ਡਰਦੇ ਨਹੀਂ। ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਨੇ, ਉਹ ਤਾਂ ਮਾਰਾ ਬਕਾਰਾ ਕਰਦੇ ਨੇ। ਬਹੁ ਪ੍ਰਿਆ ਬਾਜ਼ ਸੁਨਿਓ ਗੁਰਸ਼ੀਨਾ। ਹਾਂ, ਜਦੋਂ ਬਾਦਸ਼ਾਹ ਨੇ ਸੁਣਿਆ ਨਾ ਵੀ ਮੇਰਾ ਪਿਆਰਾ ਬਾਜ, ਬੜਾ ਸ਼ੌਂਕ ਨਾਲ ਰੱਖਿਆ ਸੀ ਬਾਦਸ਼ਾਹ ਨੇ, ਕਿਸੇ ਬਾਹਰਲੇ ਮੁਲਕ ਤੋਂ ਚੰਗੀ ਨਸਲ ਦਾ ਕੀਮਤੀ ਬਾਜ ਕਿਸੇ ਨੇ ਗਿਫਟ ਕੀਤਾ ਸੀ ਬਾਦਸ਼ਾਹ ਨੂੰ, ਤੋਹਫਾ ਭੇਜਿਆ ਸੀ। ਬਾਦਸ਼ਾਹ ਉਸ ਬਾਜ ਨੂੰ ਰੱਖਦਾ ਵੀ ਆਪਣੀ ਨਿਗਾਹ ਥੱਲੇ ਸੀ। ਉਹਦਾ ਬਹੁਤ ਪਿਆਰ ਕਰਦਾ ਸੀ ਬਾਜ ਨੂੰ, ਕਿਉਂਕਿ ਬਾਜ ਸੋਹਣਾ ਬੜਾ ਸੀ, ਸ਼ਿਕਾਰ ਖੇਡ ਦੇ ਕੰਮ ਆਉਂਦਾ ਸੀ। ਤੇ ਬਾਦਸ਼ਾਹ ਨੂੰ ਪਤਾ ਲੱਗਾ ਵੀ ਮੇਰਾ ਇਹੋ ਜਿਹਾ ਸੋਹਣਾ ਬਾਜ ਗੁਰੂ ਨੇ ਖੋਹ ਲਿਆ। ਰਹੇ ਜਾਚ ਪੁਨ ਕਿਉ ਨਾ ਦੀਨਾ। ਕਹਿੰਦੇ ਮੰਗਦੇ ਰਹੇ ਤੇ ਗੁਰੂ ਨੇ ਦਿੱਤਾ ਨਹੀਂ। ਮੰਗਣ ਗਏ ਬੰਦੇ ਵੀ ਸਾਡਾ ਬਾਜ ਵਾਪਸ ਕਰ ਦਿਓ, ਵਾਪਸ ਨਹੀਂ ਕੀਤਾ। ਰਸਿਓ ਸ਼ਾਹੋ ਕਹਿ ਸਭਾ ਮਝਾਰੀ। ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਗੁੱਸਾ ਚੜ ਗਿਆ। ਬਾਦਸ਼ਾਹ ਅੱਖਾਂ ਲਾਲ ਹੋ ਗਈਆਂ ਸ਼ਾਹਜਹਾਨ ਦੀਆਂ, ਬਰਦਾਸ਼ਤ ਨਹੀਂ ਹੋਈ ਗੱਲ। ਕਿਉਂਕਿ ਬਾਦਸ਼ਾਹ ਉਹਦੇ ਰਾਜ ਦੇ ਵਿੱਚ ਕੋਈ ਉਹਦੀ ਅਣਖ ਨੂੰ ਵੰਗਾਰੇ, ਉਹਦਾ ਬਾਜ ਫੜੇ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਗੁਰੂ ਹਰਗੋਬਿੰਦ ਦੀ ਇੰਨੀ ਜੁਰਤ ਵੀ ਮੇਰਾ ਬਾਜ ਫੜ ਲਿਆ। ਗੁੱਸਾ ਖਾ ਕੇ ਬੋਲਿਆ, ਇਹ ਤੌਰੇ ਪਸਮ ਨਿਕਟ ਹਮਾਰੀ। ਬਾਦਸ਼ਾਹ ਕਹਿੰਦਾ ਇਹ ਤਾਂ ਗੁਰੂ ਹਰਗੋਬਿੰਦ ਸਾਡੇ ਕੋਲ ਬਹਿ ਕੇ ਸਾਡੇ ਨਾਲ ਦੁਸ਼ਮਣੀ ਕਰ ਰਿਹਾ, ਸਾਡੇ ਰਾਜ ਵਿੱਚ ਰਹਿ ਕੇ, ਸਾਡੇ ਪਰਾਂ ਥੱਲੇ ਰਹਿ ਕੇ, ਸਾਡੀ ਬੁੱਕਲ 'ਚ ਰਹਿ ਕੇ ਸਾਨੂੰ ਡੰਗ ਮਾਰਦਾ। ਬੜੀ ਵੱਡੀ ਗੱਲ ਹੈ
ਵੀ ਕਿਸੇ ਮੁਲਕ ਦੇ ਵਿੱਚ ਉਸ ਮੁਲਕ ਦੇ ਬੰਦੇ ਹੀ ਸਰਕਾਰ ਦੇ ਖਿਲਾਫ ਝੰਡਾ ਚੁੱਕ ਲੈਣ, ਬਾਦਸ਼ਾਹ ਦੇ ਖਿਲਾਫ ਹੋ ਜਾਣ। ਬਾਦਸ਼ਾਹ ਦਾ ਰਾਜ ਕਾਹਦਾ ਹੋਇਆ ਫਿਰ, ਪ੍ਰਬੰਧ ਕਾਹਦਾ ਹੋਇਆ? ਇਵੇਂ ਤਾਂ ਫਿਰ ਸਾਰੇ ਬਾਗੀ ਹੋ ਜਾਣਗੇ, ਸਾਰਾ ਮੁਲਕ ਹੀ ਬਾਗੀ ਹੋ ਜਾਏਗਾ। ਬਾਦਸ਼ਾਹ ਨੂੰ ਬੜੀ ਹੈਰਾਨੀ ਹੋਈ ਹੈ। ਆਜ ਬਾਜ਼ ਸੀਨਿਓ ਬਲ ਕਰਕੇ। ਬਾਦਸ਼ਾਹ ਕਹਿੰਦਾ ਅੱਜ ਤੇ ਬਾਜ ਖੋਇਆ ਮੇਰਾ, ਅੱਜ ਮੇਰਾ ਬਾਜ ਇਹਨਾਂ ਨੇ ਬਲ ਕਰਕੇ ਰੱਖ ਲਿਆ। ਜ਼ੋਰ ਜਮਾਈ ਕਰ ਰਹੇ ਨੇ ਸਰਕਾਰ ਦੇ ਨਾਲ। ਔਚਕ ਕਿਸੂ ਦੁਰਗ ਮਹਿ ਬਰਕੈ। ਕੱਲ ਨੂੰ ਅਚਾਨਕ ਗੁਰੂ ਹਰਗੋਬਿੰਦ ਕਿਸੇ ਕਿਲੇ ਤੇ ਕਬਜ਼ਾ ਕਰ ਲਏਗਾ। ਮੰਨ ਲਓ ਲਾਹੌਰ ਦੇ ਕਿਲੇ ਤੇ ਕਬਜ਼ਾ ਕਰ ਲਵੇ, ਜਾਂ ਕਿਸੇ ਪੰਜਾਬ ਦੇ ਹੋਰ ਕਿਲੇ ਤੇ, ਹਿੰਦੁਸਤਾਨ ਦੇ ਕਿਸੇ ਕਿਲੇ ਤੇ ਕਬਜ਼ਾ ਕਰਕੇ ਬਾਗੀ ਹੋ ਜਾਵੇ, ਫਿਰ ਅਸੀਂ ਕੀ ਕਰਾਂਗੇ? ਇੱਦਾਂ ਤੇ ਫਿਰ ਬਗਾਵਤ ਬਹੁਤ ਫੈਲ ਜਾਏਗੀ। ਬਨਹਿ ਮਵਾਸੀ ਕਰਹਿ ਲੜਾਈ। ਹਾਂ, ਆਕੀ ਹੋ ਕੇ, ਮਵਾਸੀ ਹੋ ਕੇ ਸਰਕਾਰ ਦੇ ਖਿਲਾਫ ਬਗਾਵਤ ਕਰਕੇ ਲੜਾਈ ਕਰੇਗਾ। ਸਗਰੇ ਦੇਸ਼ ਫਤੂਰ ਉਠਾਈ। ਸਾਰੇ ਮੁਲਕ 'ਚ ਫਤੂਰ ਪੈ ਜਾਏਗਾ, ਸਾਰੇ ਲੋਕ ਬਾਗੀ ਹੋ ਜਾਣਗੇ, ਬਾਗੀਆਂ ਨਾਲ ਹੋਰ ਬਾਗੀ ਹੋਣਗੇ। ਦੇਖ ਦੇਖ ਕੇ ਮੇਰਾ ਰਾਜ ਭਾਗ ਖਤਮ ਹੋ ਜਾਏਗਾ। ਇਹ ਤਾਂ ਜ਼ਰੂਰੀ ਹੁੰਦਾ ਵੀ ਕੋਈ ਬਗਾਵਤ ਕਰੇ ਤੇ ਉਹਨੂੰ ਨਾਲ ਦੀ ਨਾਲ ਨੱਪ ਲਿਆ ਜਾਵੇ, ਨਹੀਂ ਤਾਂ ਫਿਰ ਬਾਗੀਆਂ ਦੇ ਹੌਸਲੇ ਬੁਲੰਦ ਹੁੰਦੇ ਨੇ। ਸ਼ਾਹੋ ਨਿਕਟ ਗੁਰ ਨਿੰਦਕ ਜੇਈ। ਜਦੋਂ ਇਹ ਗੱਲ ਸ਼ਾਹਜਹਾਨ ਨੇ ਸੋਚੀ, ਕਈ ਗੁਰੂ ਘਰ ਦੇ ਨਿੰਦਕ ਹੋਰ ਵੀ ਕਈ ਖੜੇ ਸਨ, ਗੁਰੂ ਘਰ ਨਾਲ ਈਰਖਾ ਕਰਨ ਵਾਲੇ, ਦਵੈਸ਼ ਕਰਨ ਵਾਲੇ। ਅਵਸਰ ਪਾਏ ਸੁਨਾਵਹਿ ਤੇਈ। ਉਹਨਾਂ ਨੂੰ ਮੌਕਾ ਮਿਲ ਗਿਆ ਗੁਰੂ ਘਰ ਦੇ ਖਿਲਾਫ ਜ਼ਹਿਰ ਉਗਲਣ ਦਾ। ਉਹਨਾਂ ਦੁਸ਼ਟ ਬੰਦਿਆਂ ਨੂੰ ਮੌਕਾ ਮਿਲ ਗਿਆ ਤੇ ਮੌਕਾ ਪਾ ਕੇ ਬੋਲੇ, ਗੁਰ ਬੇਗਾਰ ਬਹੁਤ ਹੀ ਕਰੇ। ਬਾਦਸ਼ਾਹ ਸਲਾਮਤ, ਅਸੀਂ ਤਾਂ ਤੁਹਾਨੂੰ ਡਰਦੇ ਮਾਰੇ ਦੱਸਦੇ ਨਹੀਂ। ਗੁਰੂ ਹਰਗੋਬਿੰਦ ਨੇ ਤੇ ਬਹੁਤ ਵੱਡੀਆਂ ਤਿਆਰੀਆਂ ਕੀਤੀਆਂ ਹੋਈਆਂ ਸਰਕਾਰ ਨੂੰ ਪਲਟਣ ਦੀਆਂ। ਉਹ ਤਾਂ ਸਰਕਾਰ ਦੇ ਖਿਲਾਫ ਹੈ, ਉਹ ਮੁਗਲਾਂ ਦਾ ਸਾਡਾ ਰਾਜ ਨਹੀਂ ਪਸੰਦ ਕਰਦਾ। ਸ਼ਿਮਾ ਠਾਨ ਤੁਮ ਨਜ਼ਰ ਨਾ ਧਰੇ। ਪਹਿਲਾਂ ਵੀ ਗੁਰੂ ਨੇ ਕਈ ਵਾਅਦੇ ਕੀਤੇ ਨੇ, ਪਰ ਤੁਸੀਂ ਖਿਮਾ ਕਰਦੇ ਆਏ ਹੋ, ਤੁਸੀਂ ਨਜ਼ਰਅੰਦਾਜ਼ ਕਰਦੇ। ਤੁਸੀਂ ਬਾਦਸ਼ਾਹ, ਉਹਨਾਂ ਵੱਲ ਤੁਸੀਂ ਬਹੁਤਾ ਸਖਤ ਰਵੱਈਆ ਨਹੀਂ ਅਪਣਾਇਆ। ਇਹ ਤਾਂ ਤੁਹਾਨੂੰ ਪਹਿਲਾਂ ਹੀ ਨੱਪ ਲੈਣੇ ਚਾਹੀਦੇ ਸੀ। ਤੁਸੀਂ ਇੰਨਾ ਸਮਾਂ ਉਡੀਕਿਆ ਕਿਉਂ ਹੈ? ਵੱਡ ਹਜ਼ਰਤ ਤੁਮ ਪਿਤਾ ਅਗਾਰੀ। ਤੁਹਾਡੇ ਪਿਤਾ ਜੀ ਵੱਡੇ ਬਾਦਸ਼ਾਹ ਸਲਾਮਤ ਹਜ਼ਰਤ ਜਹਾਂਗੀਰ, ਉਹਨਾਂ ਦੇ ਨਾਲ ਚੰਦੂ ਕਰੀ ਇਨਹੂ ਕੀ ਚਾਰੀ। ਦੀਵਾਨ ਚੰਦੂ ਜੀ ਨੇ, ਚੰਦੂ ਮਲ ਨੇ ਤੁਹਾਡੇ ਪਿਤਾ ਕੋਲ ਸ਼ਿਕਾਇਤ ਕੀਤੀ ਸੀ। ਬਾਦਸ਼ਾਹ ਜਹਾਂਗੀਰ ਦੇ ਸਮੇਂ ਦੀ ਗੱਲ ਹੈ ਕਿ ਦੀਵਾਨ ਚੰਦੂ ਨੇ ਤੁਹਾਡੇ ਪਿਤਾ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ ਸੀ ਕਿ ਗੁਰੂ ਹਰਗੋਬਿੰਦ ਦੇ ਤੌਰ ਤਰੀਕੇ ਬਾਗੀਆਂ ਵਾਲੇ ਹਨ। ਹਾਂਜੀ, ਸੁਨ ਤਤ ਛਿਨ ਗੁਰ ਨਿਕਟ ਬੁਲਾਏ। ਚੰਦੂ ਦੀ ਗੱਲ ਸੁਣ ਕੇ ਬਾਦਸ਼ਾਹ ਸਲਾਮਤ ਜਹਾਂਗੀਰ ਤੁਹਾਡੇ ਪਿਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੋਲ ਬੁਲਾ ਲਿਆ ਸੀ ਆਪਣੇ। ਜਾਨੀ ਸੰਗ ਸੈਨ ਸਮਦਾਏ। ਕਿਉਂਕਿ ਗੁਰੂ ਹਰਗੋਬਿੰਦ ਕੋਲ ਫੌਜ ਸੀ, ਲਗਭਗ 1800 ਫੌਜ ਉਦੋਂ ਵੀ ਸੀ ਜਦੋਂ ਮਹਾਰਾਜ ਗਵਾਲੀਅਰ ਗਏ। ਤੇ ਗਵਾਲੀਅਰ ਦੇ ਕਿਲੇ ਜਦੋਂ ਸੱਚੇ ਪਾਤਸ਼ਾਹ ਰਹੇ ਨੇ, ਬਾਬਾ ਬੁੱਢਾ ਜੀ ਨੇ ਉਹ ਫੌਜ 32,000 ਤੱਕ ਪਹੁੰਚਾਤੀ ਸੀ। ਇੰਨੀ ਫੌਜ ਇਕੱਠੀ ਕਰ ਲਈ ਸੀ, ਸਰਕਾਰਾਂ ਹਿੱਲ ਗਈਆਂ ਸਨ। ਤਾਂ ਕਹਿੰਦੇ ਵੀ ਬਾਬਾ ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਕਿਉਂ ਭੇਜਿਆ ਸੀ? ਇਸੇ ਕਰਕੇ ਵੀ ਇਹ ਬਗਾਵਤ ਨਾ ਕਰ ਦੇਣ, ਕੋਈ ਝੰਡਾ ਖੜਾ ਨਾ ਕਰ ਦੇਣ ਬਗਾਵਤ ਦਾ। ਰਾਖੇ ਪਾਸ ਕਰੀ ਤਕਰਾਈ। ਫਿਰ ਗਵਾਲੀਅਰ ਦੇ ਕਿਲੇ ਤੋਂ ਆ ਵੀ ਗਏ ਜਦੋਂ, ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਨੇੜੇ ਨੇੜੇ ਰੱਖਿਆ, ਨਿਗਾਹ ਰੱਖੀ ਉਹਨਾਂ ਉੱਤੇ। ਉੱਦਾਂ ਉਹਨਾਂ ਨੂੰ ਸਨਮਾਨ ਦਿੰਦਾ ਸੀ, ਪਰ ਨਿਗਾਹ ਵੀ ਰੱਖਦਾ ਸੀ ਵੀ ਕਿਤੇ ਕੋਈ ਗੜਬੜ ਨਾ ਕਰ ਦੇਣ, ਫੌਜਾਂ ਇਹਨਾਂ ਦੀਆਂ ਕਿਤੇ ਬਗਾਵਤ ਨਾ ਕਰ ਦੇਣ। ਜਾਨ ਨਾ ਦਏ ਅਪਰ ਕਿਸ ਥਾਈ। ਬਾਦਸ਼ਾਹ ਆਪਣੇ ਕੋਲ ਰੱਖਦਾ ਰਿਹਾ ਨਾਲ ਸਤਿਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ, ਕਿਤੇ ਹੋਰ ਨਹੀਂ ਸੀ ਜਾਣ ਦਿੰਦਾ। ਕਹਿੰਦਾ ਸੀ ਮੇਰੇ ਨਾਲ ਹੀ ਦਰਸ਼ਨ ਦਿੰਦੇ ਰਹੋ। ਤੇ ਗੁਰੂ ਸਾਹਿਬ ਨਾਲ ਰਹਿੰਦੇ ਵੀ ਰਹੇ ਕੁਝ ਸਮਾਂ। ਆਪਣੀ ਸੈਨ ਕਛਕ ਸੰਗ ਰਾਖੀ। ਤੇ ਗੁਰੂ ਹਰਗੋਬਿੰਦ ਉਦੋਂ ਵੀ ਆਪਣੀ ਫੌਜ ਨਾਲ ਰੱਖੀ ਸੀ। 6ਵੇਂ ਪਾਤਸ਼ਾਹ ਕੋਲ ਉਦੋਂ ਵੀ ਫੌਜ ਸੀ। ਤੇ ਮਾਝੇ ਦੇ ਵਿੱਚ ਸ੍ਰੀ ਅੰਮ੍ਰਿਤਸਰ, ਲਾਹੌਰ ਇੱਥੇ ਵਿਚਰਦੇ ਸਨ। ਬਾਦਸ਼ਾਹ ਦੀ ਨਿਗਾਹ ਸੀ
ਕੋਈ ਬਗਾਵਤ ਨਾ ਹੋ ਜਾਵੇ। ਜੇ ਅਖੇਰ ਕੇ ਹੋਏ ਅਬਿਲਾਖੀ, ਜੇ ਸ਼ਿਕਾਰ ਖੇਡਣ ਦੀ ਇੱਛਾ ਕਰਦੇ ਸੀ ਸ਼ਾਹੇ ਚ ਮੂੰਹ ਤਬ ਸੰਗ ਸਿਧਾਰ ਤਾਂ ਵੀ ਹੈ। ਬਾਦਸ਼ਾਹ ਨਾਲ ਜਾਂਦਾ ਸੀ, ਫੌਜਾਂ ਜਾਂਦੀਆਂ ਸੀ। ਬਾਦਸ਼ਾਹ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਇਕੱਠੇ ਸ਼ਿਕਾਰ ਖੇਡਦੇ ਸੀ। ਇੱਕ ਵਾਰੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਣ ਗਏ ਤੇ ਸਾਧ ਸੰਗਤ ਜੀ ਸ਼ੇਰ ਤੇ ਸ਼ੇਰਨੀ ਦੋਵੇਂ ਹੀ ਆ ਗਏ, ਦੋਵੇਂ ਹੀ ਪੈ ਗਏ। ਤੇ ਬਾਦਸ਼ਾਹ ਦੇ ਜਿੰਨੇ ਵੀ ਜਰਨੈਲ ਸੀ ਨਾ, ਉਹਦੇ ਸ਼ਸਤਰ ਵੀ ਸੁੱਟ ਕੇ ਹੱਥਾਂ 'ਚੋਂ, ਭੱਜ ਗਏ ਪਿਛਾਂ ਨੂੰ, ਭੈ ਭੀਤ ਹੋ ਗਏ। ਤੇ ਕਹਿੰਦੇ ਬਾਦਸ਼ਾਹ ਕਹਿੰਦਾ ਗੋਲੀ ਨਾਲ ਮਾਰੀਏ। ਮਾਰੇ, ਕਹਿੰਦੇ ਨਾ ਗੋਲੀ ਨਹੀਂ ਚਲਾਣੀ। ਗੋਲੀ ਨਾਲ ਮਾਰਿਆ ਤੇ ਕੀ ਮਾਰਿਆ, ਗੋਲੀ ਤਾਂ ਵਿਚਾਰੇ ਨੂੰ ਦੂਰੋਂ ਮਾਰ ਕੇ ਮਾਰ ਦੇਣੀ। ਮਰਦ ਦਾ ਕੰਮ ਹੈ ਮੈਦਾਨ 'ਚ। ਮਹਾਰਾਜ ਛੇਵੇਂ ਪਾਤਸ਼ਾਹ ਉਤਰੇ, ਕਹਿੰਦੇ ਇਹੋ ਜਿਹਾ ਪੈਂਤੜਾ ਲਿਆ ਵੀ ਸ਼ੇਰਨੀ ਨੂੰ ਤੇ ਰੱਖ ਲਿਆ ਪੈਰ ਦੇ ਥੱਲੇ, ਉਹਦੀ ਧੌਣ ਤੇ ਆਪਣੇ ਚਰਨ ਰੱਖ ਦਿੱਤੇ, ਦਬਾ ਦਿੱਤਾ। ਤੇ ਸ਼ੇਰ ਆਇਆ ਉੱਤੇ ਢਾਲ ਤੇ ਵਾਰ ਰੋਕ ਕੇ, ਵਾਰ ਮਾਰ ਕੇ ਤਤੇਕ ਦਾ ਪੇਟ ਤੋਂ ਥੱਲੇ ਵਾਲਾ ਹਿੱਸਾ ਥੱਲੇ, ਉੱਪਰ ਵਾਲਾ ਉੱਤੇ ਕਰਤਾ। ਤੇ ਫਿਰ ਸ਼ੇਰਨੀ। ਇੱਦਾਂ ਮਹਾਰਾਜ ਛੇਵੇਂ ਪਾਤਸ਼ਾਹ ਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਸਨ। ਨਹਿ ਵਿਸ਼ਵਾਸ ਇਨਹੋ ਕੋ ਧਾਰ ਹੈ। ਪਰ ਬਾਦਸ਼ਾਹ ਵਿਸ਼ਵਾਸ ਨਹੀਂ ਸੀ ਕਰਦਾ ਵੀ ਕਿਤੇ ਬਾਗੀ ਕੋਈ ਸਾਡੇ ਵਾਸਤੇ ਮੁਸੀਬਤ ਨਾ ਖੜੀ ਕਰ ਦਵੇ। ਗੁਰੂ ਹਰਗੋਬਿੰਦ ਸਾਹਿਬ ਤੁਮ ਢਿਗ ਲਵਪੁਰ ਬਾਸੋ ਕਏ। ਤੇ ਬਾਦਸ਼ਾਹ ਸਲਾਮਤ, ਹੁਣ ਤੁਸੀਂ ਬਾਦਸ਼ਾਹ ਬਣ ਗਏ। ਤੁਹਾਡੇ ਪਿਤਾ ਜੀ ਹਜ਼ਰਤ ਜਹਾਂਗੀਰ, ਉਹਨਾਂ ਦਾ ਇੰਤਕਾਲ ਹੋ ਚੁੱਕਾ, ਭਾਵ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ। ਗੁਰੂ ਹਰਗੋਬਿੰਦ ਤੁਹਾਡੇ ਕੋਲ ਇੱਥੇ ਲਾਹੌਰ ਰਹਿ ਕੇ ਗਏ ਨੇ। ਕਾਜ਼ੀ ਸੁਤਾ ਸਾਥ ਲੈ ਗਏ। ਨਾਲ ਕਾਜੀ ਦੀ ਲੜਕੀ ਕੌਲਾ ਨੂੰ ਵੀ ਲੈ ਗਏ ਨੇ। ਕਾਜੀ ਰੋਂਦਾ ਪਿੱਟਦਾ ਰਿਹਾ, ਤੁਸੀਂ ਸੁਣੀ ਨਹੀਂ। ਤੁਸੀਂ ਵਜ਼ੀਰ ਖਾਂ ਦੀ ਕਾਜੀ ਨੇ ਸ਼ਿਕਾਇਤ ਕੀਤੀ ਰੁਸਤਮ ਖਾਨ ਨੇ ਵੀ ਮੇਰੀ ਲੜਕੀ ਲੈ ਗਏ, ਘੋੜਾ ਲੈ ਗਏ, ਬੜਾ ਕੁਝ ਬੋਲਿਆ। ਭਾਈ ਵਜ਼ੀਰ ਖਾਂ ਕਹਿੰਦੇ ਬਾਦਸ਼ਾਹ ਕਾਜੀ ਦੀ ਲੜਕੀ ਗਈ ਹੈ ਨਾ, ਇਹ ਕਾਜੀ ਦੀ ਗਲਤੀ ਕਰਕੇ ਗਈ ਹੈ। ਇਹ ਜਿਹੜਾ ਹੁਣ ਤੁਹਾਡੇ ਕੋਲ ਸ਼ਿਕਾਇਤਾਂ ਕਰ ਰਿਹਾ ਨਾ, ਇਹਨੇ ਆਪਣੀ ਕੁੜੀ ਨੂੰ ਮਾਰਦਾ ਕੁੱਟਦਾ ਸੀ, ਉਹ ਬਾਣੀ ਪੜ੍ਹਦੀ ਸੀ, ਉਹ ਰੱਬ ਦਾ ਨਾਂ ਲੈਂਦੀ ਸੀ, ਉਹਨੂੰ ਕੁਰਾਨ ਜ਼ੁਬਾਨੀ ਯਾਦ ਸੀ, ਸਾਰੀ ਕੁਰਾਨ ਕੰਠ ਸੀਗੀ। ਬੀਬੀ ਕੌਲਾਂ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਸੀ। ਇਹ ਕਹਿੰਦਾ ਸੀ ਵੀ ਕੁਰਾਨ ਦਾ ਪੜ੍ਹ, ਪਰ ਸੁਖਮਨੀ ਸਾਹਿਬ ਨਹੀਂ ਪੜ੍ਹਨੀ। ਬਾਣੀ ਪੜ੍ਹਨ ਤੋਂ ਰੋਕਦਾ ਸੀ। ਉਹ ਗੁਰੂ ਘਰ ਚਲੀ ਗਈ ਹੈ ਤੇ ਤੁਸੀਂ ਇਸ ਕਾਜੀ ਨਾਲ ਨਾ ਇਹਦੀ ਗੱਲ ਵੱਲ ਧਿਆਨ ਨਾ ਦਿਓ। ਇਹ ਬੰਦਾ ਦਿਮਾਗ ਇਹਦਾ ਹਿੱਲ ਚੁੱਕਾ। ਤੇ ਬਾਦਸ਼ਾਹ ਨੇ ਕਾਜੀ ਦੀ ਗੱਲ ਨਹੀਂ ਸੀ ਸੁਣੀ ਉਦੋਂ। ਹੁਣ ਉਹੀ ਬੰਦੇ ਫੇਰ ਕਹਿ ਰਹੇ ਨੇ ਕਾਜੀ ਵਰਗੇ, ਉਦੋਂ ਤੇ ਮਹਾਰਾਜ ਤੁਸੀਂ ਸਾਡੀ ਸੁਣੀ ਨਹੀਂ ਸੀ। ਆਹ ਦੇਖ ਲਓ, ਅੱਗੇ ਤੇ ਛੋਟੀਆਂ ਮੋਟੀਆਂ ਗੱਲਾਂ ਸੀ, ਹੁਣ ਤੁਹਾਡਾ ਬਾਜ ਫੜ ਲਿਆ ਹੈ। ਤਉ ਆਪਨੇ ਸਿਮਾ ਧਰੀ ਹੈ। ਫਿਰ ਵੀ ਤੁਸੀਂ ਮਾਫ ਕਰਤਾ, ਖਿਮਾ ਕਰਤੀ। ਅਬ ਹੈ ਅਵਗਿਆ ਫੇਰ ਕਰੀ ਹੈ। ਆਹ ਵੇਖੋ, ਹੁਣ ਤਾਂ ਬਹੁਤ ਵੱਡੀ ਗੱਲ ਕਰਤੀ, ਅਵਗਿਆ ਕੀਤੀ। ਤੁਹਾਡੇ ਕੋਲ ਰਹਿ ਕੇ ਹੁਕਮਦੁੱਲੀ ਹੈ, ਬਗਾਵਤ ਦੇ ਚਿੰਨ੍ਹ ਖੜੇ ਨੇ। ਬਈ ਗੁਰੂ ਹਰਗੋਬਿੰਦ ਨੇ ਤੁਹਾਡਾ ਬਾਜ ਫੜ ਲਿਆ ਹੈ। ਟਰਹਿ ਨਹੀਂ ਬਿਨ ਕਰੇ ਲੜਾਈ। ਇਹ ਗੁਰੂ ਹਰਗੋਬਿੰਦ ਸਾਹਿਬ ਉਤਪਾਤ ਕੀਤੇ ਤੋਂ ਬਿਨਾਂ ਟਲਣ ਵਾਲੇ ਨਹੀਂ। ਇਹ ਲੜਾਈ ਝਗੜਾ ਕਰਕੇ ਰਹਿਣਗੇ। ਬਰਹਿ ਦੁਰਗ ਆ ਕੀ ਹੋਏ ਜਾਈ। ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਕਿਸੇ ਕਿਲੇ ਤੇ ਕਬਜ਼ਾ ਮਿੰਟ ਲਾਣਾ ਇਹਨਾਂ ਨੇ, ਇਹਦੀ ਤਿਆਰੀ ਹੈ। ਤੁਸੀਂ ਮੜ ਜਾ ਲਾਹੌਰ ਤੋਂ ਪਰੇ ਹੋ, ਇਹਨਾਂ ਨੇ ਲਾਹੌਰ ਮੱਲ ਲੈਣਾ। ਇਹਨਾਂ ਨੇ ਤਾਂ ਸਾਰੇ ਦਿੱਲੀ ਤੱਕ ਜਾ ਕੇ ਕਹਿੰਦੇ ਰਾਜ ਕਰਾਂਗੇ। ਇਹ ਤਾਂ ਸਾਰਾ ਖੋਣ ਨੂੰ ਫਿਰਦੇ ਨੇ। ਗਹਿ ਲੀਜਹਿ ਤਬ ਫਲ ਕੋ ਪਾਵਹਿ। ਬਸ ਹੁਣ ਬਾਦਸ਼ਾਹ ਹੋਰ ਲਿਹਾਜ਼ ਨਾ ਕਰੋ, ਹੁਣ ਤਾਂ ਫੜ ਲਓ, ਗ੍ਰਿਫਤਾਰ ਕਰਕੇ ਜੇਲ੍ਹ 'ਚ ਸਿੱਟ ਦਿਓ ਪੱਕੇ ਹੀ। ਮੁੜ ਕੇ ਬਾਹਰ ਨਹੀਂ ਆਉਣੇ ਚਾਹੀਦੇ। ਨਾਹੇ ਤਾਂ ਕਛੂ ਬੇਕਾਰ ਉਠਾਵਹਿ। ਜੇ ਤੁਸੀਂ ਨਾ ਕਾਬੂ ਕੀਤਾ ਗੁਰੂ ਹਰਗੋਬਿੰਦ ਨੂੰ ਤਾਂ ਬਹੁਤ ਵੱਡਾ ਵਿਗਾੜ ਕਰਨਗੇ, ਬੜੀ ਵੱਡੀ ਹਲਚਲ ਮਚਾਣਗੇ। ਫਿਰ ਸਾਨੂੰ ਗੁਰੂ ਹਰਗੋਬਿੰਦ ਸਾਂਭਣਾ ਮੁਸ਼ਕਲ ਹੋ ਜਾਏਗਾ। ਅਜੇ ਮੌਕਾ ਹੈ, ਜੰਮਦੀਆਂ ਸੂਲਾਂ ਦੇ ਮੂੰਹ ਮੋੜ ਦਈਏ ਤੇ ਚੰਗਾ, ਨਹੀਂ ਤਾਂ ਇਹ ਫਿਰ ਦੁੱਖ ਦਿੰਦੀਆਂ। ਹਾਂਜੀ, ਚਲਹਿ ਨਾ ਬਸ ਜੇ ਦੁਰਗ ਪ੍ਰਵੇਸ਼ੈ। ਜੇ ਕਿਤੇ ਕਿਸੇ ਕਿਲੇ 'ਚ ਕਬਜ਼ਾ ਕਰ ਲਿਆ, ਆਕੀ ਹੋ ਗਏ, ਫਿਰ ਇਸ ਗੁਰੂ ਤੇ ਕਿਸੇ ਦਾ ਜ਼ੋਰ ਨਹੀਂ ਚੱਲਣਾ, ਫਿਰ ਲੰਮੀ ਲੜਾਈ ਹੋਵੇਗੀ। ਹਾਂਜੀ, ਹਿਰਦੈ ਜੰਗ ਜੋ ਚਹਿਤ ਹਮੇਸ਼ਾ। ਕਿਉਂਕਿ ਗੁਰੂ ਹਰਗੋਬਿੰਦ ਦਿਨ ਰਾਤ ਜੰਗ ਦੀਆਂ ਹੀ ਗੱਲਾਂ ਕਰਦਾ। ਉਹ ਜੰਗ ਹੀ ਚਾਹੁੰਦਾ। ਉਹਦੇ ਦਰਬਾਰ 'ਚ ਢਾਡੀ ਵਾਰਾਂ ਗਾਉਂਦੇ ਨੇ ਵੀਰ ਰਸ ਦੀਆਂ, ਉਹਦੇ ਸਿੱਖ ਡੌਲੇ ਫਰਕਾਉਂਦੇ ਨੇ,
ਘੋੜਿਆਂ ਤੇ ਚੜ੍ਹਦੇ ਨੇ, ਸ਼ਿਕਾਰ ਖੇਡਦੇ ਨੇ ਤੇ ਅਕਾਲ ਅਕਾਲ ਗਜਾਉਂਦੇ ਨੇ। ਉਹਨਾਂ ਦਾ ਦਾਅਵਾ ਹੈ ਵੀ ਅਸੀਂ ਸਾਰੀ ਧਰਤੀ ਤੇ ਰਾਜ ਕਰਾਂਗੇ। ਹਾਂਜੀ, ਜੇ ਅਬ ਸਿਮਹੋ ਨ ਆਛੀ ਆਹੈ। ਹੇ ਬਾਦਸ਼ਾਹ, ਜੇ ਹੁਣ ਵੀ ਤੁਸੀਂ ਮਾਫ ਕਰਤਾ ਤਾਂ ਇਹ ਰਾਜਨੀਤੀ ਦੇ ਪੱਖ ਤੋਂ ਗੱਲ ਚੰਗੀ ਨਹੀਂ ਹੋਵੇਗੀ। ਬਹੁਰ ਫਤੂਰ ਉਠਾਵਨ ਚਾਹੈ। ਫਿਰ ਫਤੂਰ ਪਾਣਗੇ, ਫਿਰ ਇਹ ਬਗਾਵਤ ਕਰਨਗੇ। ਅੱਜ ਬਾਜ ਖੋਇਆ, ਕੱਲ ਨੂੰ ਰਾਜ ਵੀ ਖੋਣਗੇ। ਹਾਂਜੀ, ਸੁਨਤ ਸ਼ਾਹੋ ਉਰ ਨੀਕ ਵਿਚਾਰਾ। ਸੁਣ ਕੇ ਬਾਦਸ਼ਾਹ ਨੇ ਵਿਚਾਰ ਕੀਤੀ ਵੀ ਮੇਰੇ ਦਰਬਾਰੀ ਠੀਕ ਕਹਿੰਦੇ ਨੇ, ਹੁਣ ਨਹੀਂ ਲਿਹਾਜ਼ ਕਰਨਾ ਚਾਹੀਦਾ ਗੁਰੂ ਦਾ। ਮੁਗਲਸ ਖਾਨ ਸਮੀਪ ਹਕਾਰਾ। ਆਪਣੇ ਦਰਬਾਰ ਦੇ ਇੱਕ ਵੱਡੇ ਜਰਨੈਲ 7000 ਜਰਨੈਲ ਮੁਖਲਿਸ ਖਾਨ ਨੂੰ ਬੁਲਾਇਆ। ਬਾਦਸ਼ਾਹ ਨੇ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ 6ਵੇਂ ਪਾਤਸ਼ਾਹ ਨੂੰ ਫੜ ਕੇ ਲਿਆਉਣ ਦੇ ਲਈ ਹੁਕਮ ਦਿੱਤਾ। ਇਹ ਫੌਜਾਂ ਮਾਰੋ ਮਾਰ ਕਰਦੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੀਆਂ। 6ਵੇਂ ਪਾਤਸ਼ਾਹ ਦੇ ਜੀਵਨ ਦੀ ਪਹਿਲੀ ਜੰਗ ਸ਼ੁਰੂ ਹੋਈ ਹੈ। ਸੋ 4 ਜੰਗਾਂ ਮਹਾਰਾਜ ਜੀ ਨੇ ਲੜੀਆਂ 6ਵੇਂ ਪਾਤਸ਼ਾਹ ਨੇ, 14 ਜੰਗਾਂ 10ਵੇਂ ਪਾਤਸ਼ਾਹ ਨੇ। ਉਸ ਤੋਂ ਬਾਅਦ ਅੱਜ ਤਾਈਂ ਖਾਲਸਾ ਜੰਗਾਂ ਵਿੱਚ ਹੀ ਹੈ, ਪਰ ਸ਼ੁਰੂਆਤ ਜਿਹੜੀ ਹੈ ਉਹ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੋਂ 6ਵੇਂ ਪਾਤਸ਼ਾਹ ਕਰਨਗੇ। ਆਓ ਇਹ ਕਥਾ ਅਗਲੇ ਪ੍ਰਕਰਨਾਂ 'ਚ ਆਪਾਂ ਸਰਵਣ ਕਰਾਂਗੇ। ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਪੰਡੋਰੀ ਵਾਲੇ, ਪੰਥ ਦੇ ਮਹਾਨ ਵਿਦਵਾਨ ਢਾਡੀ ਜਥਾ, ਉਹ ਸਾਡੇ 'ਚ ਹਾਜ਼ਰੀਆਂ ਭਰ ਰਹੇ ਨੇ, ਕਿਉਂਕਿ 6ਵੇਂ ਪਾਤਸ਼ਾਹ ਨੇ ਇਹ ਢਾਡੀ ਕਲਾ ਸ਼ੁਰੂ ਕੀਤੀ ਸੀ। ਬਾਬਾ ਨੱਥਾ ਮਲ ਜੀ, ਬਾਬਾ ਅਬਦੁੱਲ ਜੀ, ਉਹ ਗਾਉਂਦੇ ਸਨ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਪਰੰਪਰਾ ਚਲਾਈ ਹੋਈ। ਗੁਰੂ ਘਰਾਂ 'ਚ ਸਭ ਤੋਂ ਵੱਡੀਆਂ ਚੀਜ਼ਾਂ ਨੇ ਕਥਾ ਕੀਰਤਨ ਤੇ ਢਾਡੀ ਵਾਰਾਂ। ਕਥਾ ਕੀਰਤਨ ਤੇ ਢਾਡੀ ਵਾਰਾਂ, ਇਹ ਸਾਨੂੰ ਸਾਰਾ ਸਮੁੱਚਾ ਹੀ ਗਿਆਨ ਇੱਥੋਂ ਮਿਲ ਜਾਂਦਾ, ਬਾਣੀ ਦਾ ਵੀ, ਇਤਿਹਾਸ ਦਾ ਵੀ, ਗੁਰਬਾਣੀ ਦੀ ਕਥਾ ਦਾ ਵੀ। ਤੇ ਢਾਡੀ ਵਾਰਾਂ ਸਾਡੇ ਜੋਸ਼ ਭਰ ਦਿੰਦੀਆਂ। ਆਓ ਸਰਵਣ ਕਰੀਏ। ਸਮੇਂ ਦੇ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।